हाँ जी, ਵੈਲਕਮ ਜੀ ਆਪ ਸਭ ਦਾ ਪੰਜਾਬੀ ਮਿਊਜ਼ਿਕ ਚੈਨਲ ਦੇ ਉੱਤੇ। ਸਭ ਵੀਰਾਂ ਭੈਣਾਂ ਦਾ ਬਜ਼ੁਰਗਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਜਿਸ ਤਰ੍ਹਾਂ ਤੁਹਾਨੂੰ ਪਤਾ ਆਪਾਂ ਲੈ ਕੇ ਐਂਡਰ ਵਾਸਤੇ ਖਬਰਾਂ ਤੇ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਨਵੀਆਂ ਅਪਡੇਟਸ। ਗੱਲ ਕਰਾਂਗੇ ਜੀ ਆਪਾਂ 13 ਜੂਨ ਦੀ। ਸੋ ਸਟਾਰਟ ਕਰਦੇ ਹਾਂ ਆਪਾਂ ਜੀ ਨਵੀਂ ਅਪਡੇਟ। ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਦੇ ਹੋ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਨਾਲ ਜਿਹੜੇ ਬੈਲ ਆਈਕਨ ਨੂੰ ਜ਼ਰੂਰ ਦਬ ਲਿਆ ਕਰੋ। ਜਿਨ੍ਹਾਂ ਨੇ ਪਹਿਲਾਂ ਤੋਂ ਕਰਕੇ ਰੱਖੇ ਉਹਨਾਂ ਸਾਰਿਆਂ ਦਾ ਧੰਨਵਾਦ। ਦੇਖਦੇ ਹਾਂ ਜੀ ਅੱਜ ਦੀਆਂ ਨਵੀਆਂ ਖਬਰਾਂ ਇਟਲੀ ਦੀਆਂ ਤੇ ਸ਼ੁਰੂਆਤ ਕਰਦੇ ਹਾਂ ਨਵੇਂ ਦੇਖਦੇ ਹਾਂ ਪਹਿਲਾਂ ਕੇਸ, ਇਸ ਤੋਂ ਬਾਅਦ ਚੱਲਦੇ ਹਾਂ ਅਗਲੀਆਂ ਅਪਡੇਟਸ ਦੇ ਵੱਲ। ਸਭ ਤੋਂ ਪਹਿਲਾਂ ਗੱਲ ਕਰੀਏ ਤੰਪੋਨੀ ਦੀ। ਇਟਲੀ ਵਿੱਚ ਅੱਜ 1,34,136 ਟੈਸਟ ਜਿਹੜੇ ਆ ਕੀਤੇ ਗਏ ਆ ਤੇ 10 ਦੀ ਪੋਜ਼ੀਟਿਵ ਜਿਹੜੀ ਉਹ 1% ਜਿਹੜੀ ਦੱਸੀ ਜਾ ਰਹੀ ਹੈ। ਤੇ ਇਸ ਤੋਂ ਇਲਾਵਾ ਗੱਲ ਕਰੀਏ ਨਵੇਂ ਕੇਸਿਸ ਦੀ, ਇਟਲੀ ਵਿੱਚ ਅੱਜ ਤਕਰੀਬਨ 1390 ਜਿਹੜਾ ਕੇਸ ਆ ਜੀ ਨਵਾਂ ਆਇਆ ਆ। ਤੇ ਅੱਜ ਮਰਨ ਵਾਲੇ ਦੀ ਗਿਣਤੀ ਜਿਹੜੀ ਇਟਲੀ ਵਿੱਚ ਜਿਹੜੀ ਆ 26 ਆ। ਹੁਣ ਤੱਕ ਦੀ ਸਭ ਤੋਂ ਜਿਹੜੀ ਘੱਟ ਡਾਟਾ ਇਹ ਹੈ 26। ਤੇ ਇਸ ਤੋਂ ਪਹਿਲਾਂ ਇੰਨੇ ਜਿਹੜੇ ਕੇਸ ਸੀਗੇ ਉਹ 11 ਅਕਤੂਬਰ 2020 ਤੋਂ ਪਹਿਲਾਂ ਜਿਹੜੇ ਆ ਆਏ ਸੀਗੇ ਮਰਨ ਵਾਲਿਆਂ ਦੇ। ਉਸ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਘੱਟ ਗਿਣਤੀ ਜਿਹੜੀ ਆ ਅੱਜ ਹੈ ਮਰਨ ਵਾਲਿਆਂ ਦੀ। ਤੇ ਅੱਜ ਠੀਕ ਹੋਣ ਵਾਲਿਆਂ ਦੀ ਗਿਣਤੀ ਕਰੀਏ ਤਾਂ ਅੱਜ ਤਕਰੀਬਨ 3,460 ਬੰਦਾ ਜਿਹੜਾ ਠੀਕ ਵੀ ਹੋਇਆ, ਜਿਹਦੇ ਨਾਲ ਆਪਣੇ ਐਕਟਿਵ ਕੇਸ ਜਿਹੜੇ ਇਟਲੀ ਵਿੱਚ ਇਸ ਵੇਲੇ ਚੱਲਦੇ ਪਏ ਉਹਨਾਂ ਦੀ ਗਿਣਤੀ ਜਿਹੜੀ 1,60,313 ਤੇ ਜਿਹੜੀ ਆ ਚੁੱਕੀ ਹੈ। ਇਸ ਤੋਂ ਇਲਾਵਾ ਗੱਲ ਕਰੀਏ ਵੀਰੋ ਵੈਕਸੀਨੇਸ਼ਨ ਦੀ, 41.8 ਮਿਲੀਅਨ ਲੋਕਾਂ ਦੀ ਜਿਹੜੀ ਹੈ ਜੀ ਇੱਕ ਡੋਜ਼ ਲੱਗ ਚੁੱਕੀ ਹੈ ਤੇ 13.9 ਮਿਲੀਅਨ ਲੋਕਾਂ ਦੀ ਡਬਲ ਡੋਜ਼ ਜਿਹੜੀ ਆ ਉਹ ਮਿਲ ਗਈ ਹੈ। ਤੇ ਇਸ ਤੋਂ ਇਲਾਵਾ ਲੋਂਬਾਰਦੀਆਂ ਦੇ ਵਿੱਚ 257, ਵੀਨੇਤੋ 'ਚ 87, ਕੰਪਾਨੀਆ 'ਚ 147, ਅਮੀਲੀਆ ਰੋਮਾਨੀਆ 'ਚ 123, ਪੀਮੋਂਤੇ 'ਚ 49, ਲਾਤਸੀਓ 'ਚ 127, ਪੂਲੀਆ 'ਚ 73, ਤੁਸਕਾਨਾ 'ਚ 123, ਸਿਚੀਲੀਆ 'ਚ 183, ਜੂਲੀਆ 'ਚ 11, ਮਾਰਕੇ 'ਚ 33, ਲਿਗੂਰੀਆ 'ਚ 10, ਅਬਰੂਸੋ 'ਚ 14, ਬੋਲਸਾਨੋ 'ਚ 8, ਕਰਾਬਲੀਆ 'ਚ 72, ਸਰਦੇਨੀਆ 'ਚ 11, ਉmbਰੀਆ 'ਚ 11, ਤਰੇਂਤੋ 'ਚ 11, ਬਾਜ਼ਿਲਿਕਾਤਾ 'ਚ 27, ਮੋਲੀਜ਼ੇ 'ਚ 2 ਤੇ ਵਾਲੇਦੋਸਤੋ 'ਚ ਇਹ ਕਿਹੜਾ ਕੇਸ ਆ ਜੀ ਨਵਾਂ ਆਇਆ ਆ। ਸੋ ਇਹ ਸੀਗੀ ਆਪਣੀ ਅੱਜ ਦੀ ਵੀਰੋ ਟੋਟਲ ਨਵੀਂ ਅਪਡੇਟ। ਇਸ ਤੋਂ ਬਾਅਦ ਚੱਲਦੇ ਹਾਂ ਜੀ ਅੱਜ ਹੁਣ ਅਗਲੀਆਂ ਅਪਡੇਟ ਦੇ ਵੱਲ। ਅਗਲੀ ਅਪਡੇਟ ਜਿਹੜੀ ਆਪਣੀ ਆ ਰਹੀ ਹੈ ਜੀ ਇਹ ਹੈਗੀ ਹੈ ਜਿਹੜਾ ਡੈਲਟਾ ਵੇਰੀਐਂਟ ਹੈ ਇਹਨੂੰ ਲੈ ਕੇ ਆ। ਇਹ ਜਿਹੜਾ ਡੈਲਟਾ ਵੇਰੀਐਂਟ ਹੈ ਵੀਰੋ, ਜਿਹਨੂੰ ਕਿ ਪਹਿਲਾਂ ਇੰਡੀਅਨ ਵੇਰੀਐਂਟ ਦੇ ਨਾਮ ਦੇ ਨਾਲ ਇਹਨੂੰ ਜਿਹੜਾ ਬੁਲਾਇਆ ਜਾ ਰਿਹਾ ਸੀਗਾ, ਹੁਣ ਜਿਹੜਾ ਨਾਮ ਬਦਲ ਕੇ ਡੈਲਟਾ ਵੇਰੀਐਂਟ ਜਿਹੜਾ ਦੱਸ ਰਹੇ ਡੈਲਟਾ ਵੇਰੀਐਂਟ ਨਾਮ ਇਹਦਾ ਕਰ ਦਿੱਤਾ ਆ। ਤੇ ਵੀਰੋ ਇਹ ਜਿਹੜਾ ਇਟਲੀ ਵਿੱਚ ਵੀ ਜਿਹੜਾ ਵੇਰੀਐਂਟ ਜਿਹੜਾ ਆ ਚੁੱਕਾ ਆ, ਇਟਲੀ ਵਿੱਚ ਵੀ ਐਂਟਰੀ ਜਿਹੜੀ ਇਹਦੀ ਹੋ ਗਈ ਆ। ਇਹ ਜਿਹੜਾ ਨਵਾਂ ਜਿਹੜਾ ਵੀਰੋ ਕੇਸ ਜਿਹੜਾ ਆਇਆ ਆ, ਇਹ ਜਿਹੜਾ ਇੱਕ ਮਿਲਾਨੋ ਦੇ ਵਿੱਚ ਜਿਹੜੀ ਇੱਕ ਪਲੈਸਤਰਾ ਆ, ਇੱਕ ਜਿਮ ਆ ਜਿਹਦੇ ਵਿੱਚ ਜਿਹੜਾ ਇਹ ਕੇਸ ਸਾਹਮਣੇ ਆਇਆ ਆ। ਬੇਸਿਕਲੀ ਉੱਥੇ ਇੱਕ ਕੇਸ ਨਹੀਂ ਆਇਆ, ਉੱਥੇ ਇੱਕ ਫੋਕਲ ਲਾਈ ਉਹ ਬਣਿਆ, ਜਾਣੀ ਕਿ ਉੱਥੇ ਕਾਫੀ ਜਿਹੜਾ ਆ ਲੋਕਾਂ ਨੂੰ ਜਿਹੜਾ ਆ ਵੇਰੀਐਂਟ ਦੇ ਜਿਹੜੇ ਆ ਆਪਣੇ ਕੇਸ ਜਿਹੜੇ ਸਾਹਮਣੇ ਆਏ ਉਸ ਜਿਮ ਦੇ ਵਿੱਚ, ਉਸ ਪਲੈਸਤਰਾ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਆ ਇਹ ਡੈਲਟਾ ਵੇਰੀਐਂਟ ਜਿਹੜਾ ਆ ਉਹ ਵੀ ਜਿਹੜਾ ਮਿਲਿਆ ਆ। ਤੇ ਹੁਣ ਜਿਹੜੀ ਉਮੀਦ ਉਹਨਾਂ ਨੂੰ ਇਹ ਹੈ ਵੀ ਜੇ ਇੱਕ ਬੰਦੇ ਦੇ ਵਿੱਚ ਇਹ ਵੇਰੀਐਂਟ ਜਿਹੜਾ ਮਿਲਿਆ ਆ ਤੇ ਹੁਣ ਬਾਕੀਆਂ ਬੰਦਿਆਂ ਵਿੱਚ ਵੀ ਜਿਹੜਾ ਇਹ ਵੇਰੀਐਂਟ ਆ ਪੱਕੀ ਗੱਲ ਆ ਜਿਹੜਾ ਟਰਾਂਸਫਰ ਜਿਹੜਾ ਹੋ ਗਿਆ ਆ। ਤੇ ਵੀਰੋ ਡਰਨ ਵਾਲੀ ਗੱਲ ਸਿਰਫ ਇਹ ਨਹੀਂ ਹੈਗੀ ਵੀ ਜਿਹੜਾ ਵੇਰੀਐਂਟ ਇਹ ਮਿਲ ਗਿਆ ਪਲੈਸਤਰੇ ਦੇ ਵਿੱਚ। ਪਹਿਲਾਂ ਪ੍ਰੋਬਲਮ ਜਿਹੜੀ ਇੱਥੇ ਸ਼ੁਰੂ ਹੁੰਦੀ ਹੈ ਵੀ ਜਿਸ ਬੰਦੇ ਦੇ ਵਿੱਚ ਵੀਰੋ ਇਹ ਵੇਰੀਐਂਟ ਜਿਹੜਾ ਮਿਲਿਆ, ਜਿਹੜਾ ਬੰਦਾ ਹੁਣ ਇਸ ਵੇਰੀਐਂਟ ਦੇ ਨਾਲ ਪੋਜ਼ੀਟਿਵ ਹੋਇਆ ਆ, ਉਹ ਜਿਹੜਾ ਬੰਦਾ ਸੀਗਾ ਉਹਦੇ ਵੈਕਸੀਨ ਜਿਹੜਾ ਲੱਗ ਚੁੱਕਾ ਸੀਗਾ ਤੇ ਉਹਦੀਆਂ ਡਬਲ ਡੋਜ਼ ਵੈਕਸੀਨ ਦੀਆਂ ਲੱਗੀਆਂ ਹੋਈਆਂ ਸੀਗੀਆਂ, ਯਾਨੀ ਕਿ ਇੱਕ ਡੋਜ਼ ਨਹੀਂ ਡਬਲ ਡੋਜ਼ ਉਹਦੀਆਂ ਵੈਕਸੀਨ ਦੀਆਂ ਜਿਹੜੀਆਂ ਲੱਗ ਗਈਆਂ ਸੀਗੀਆਂ ਉਸ ਬੰਦੇ ਦੇ। ਤੇ ਵੀਰੋ ਇਸ ਤੋਂ ਇਲਾਵਾ ਹੁਣ 140 ਜਿਹੜਾ ਬੰਦਾ ਜਿਹੜਾ ਉਸ ਟਾਈਮ ਪੀਰੀਅਡ ਦੇ ਵਿੱਚ ਉਸ ਜਿਮ ਦੇ ਵਿੱਚ ਜਿਹੜਾ ਐਂਟਰ ਹੋਇਆ ਆ, ਉਹ ਸਾਰੇ ਜਿਹੜੇ ਬੰਦੇ ਆ ਹੁਣ ਜਿੰਨੇ ਵੀ ਉਹਨਾਂ ਦੇ ਤੰਪੂਨੀ ਜਿਹੜੇ ਆ ਕਰਾਉਣੇ ਪੈਣੇ ਆ, ਸਾਰਿਆਂ ਨੂੰ ਜਿਹੜੀ ਰਿਕੁਐਸਟ ਕੀਤੀ ਹੈ ਪਲੈਸਤਰੇ ਵੱਲੋਂ ਵੀ ਆਪਣੇ ਜਾ ਕੇ ਜਿਹੜੇ ਟੈਸਟ ਜਿਹੜੇ ਤੁਸੀਂ ਆਪਣੇ ਤੰਪੂਨੀ ਜਿਹੜਾ ਕਰਾ ਕੇ ਆਓ। ਤੇ ਵੀਰੋ ਇਹਦੇ ਵਿੱਚ ਹੁਣ ਜਿਹੜੀ ਪ੍ਰੋਬਲਮ ਐਕਸਪਰਟਸ ਨੂੰ ਚਿੰਤਾ ਇਸ ਕਰਕੇ ਪੈ ਗਈ, ਇੱਕ ਤਾਂ ਜਿਹੜਾ ਵੇਰੀਐਂਟ ਜਿਹੜਾ ਇਟਲੀ ਦੇ ਵਿੱਚ ਆਪਣੇ ਮਿਲਾਨੋ ਦੇ ਵਿੱਚ ਜਿਹੜਾ ਪਾਇਆ ਗਿਆ ਆ। ਇਸ ਤੋਂ ਇਲਾਵਾ ਹੁਣ ਜਿਹੜੇ ਬਾਕੀ ਬੰਦੇ ਜਿਹੜੇ ਐਂਟਰ ਹੋਏ ਆ ਉਹ ਅੱਗੇ ਪਤਾ ਨਹੀਂ ਹੈਗਾ ਵੀ ਕਿੰਨੇ ਕੁ ਹੋਰ ਬੰਦੇ ਜਿਹੜੇ ਆ ਉਹਨਾਂ ਨੂੰ ਅੱਗੇ ਜਾ ਕੇ ਪੋਜ਼ੀਟਿਵ ਕਰਿਆ ਇਸ ਵੇਰੀਐਂਟ ਦੇ ਨਾਲ। ਤੇ ਇਹ ਜਿਹੜਾ ਵੇਰੀਐਂਟ ਹੈ ਫੈਲਦਾ ਬਹੁਤ ਜ਼ਿਆਦਾ ਸਪੀਡ ਦੇ ਨਾਲ ਆ। ਤੇ ਡਰ ਜਿਹੜਾ ਹੁਣ ਸਰਕਾਰ ਨੂੰ ਇਹ ਹੈ ਵੀ ਕਿਤੇ ਇਟਲੀ ਵਿੱਚ ਜਿਹੜਾ ਵੇਰੀਐਂਟ ਆ ਇਹ ਜ਼ਿਆਦਾ ਨਾ ਫੈਲ ਜਾਵੇ, ਕਿਉਂਕਿ ਵੈਕਸੀਨ ਜਿਹੜੇ ਲੱਗੇ ਜਿਹਨਾਂ ਲੋਕਾਂ ਦੇ ਆ ਉਹਨਾਂ ਵਿੱਚ ਦੁਬਾਰਾ ਜੇ ਬੰਦਾ ਪੋਜ਼ੀਟਿਵ ਹੋਇਆ ਆ, ਇੱਥੇ ਤੁਸੀਂ ਮਤਲਬ ਸਮਝ ਸਕਦੇ ਆ ਜਿਹੜਾ ਵੇਰੀਐਂਟ ਜ਼ਿਆਦਾ ਖਤਰਨਾਕ ਵੇਰੀਐਂਟ ਆ, ਜ਼ਿਆਦਾ ਸਪੀਡ ਦੇ ਨਾਲ ਫੈਲਦਾ ਆ। ਤੇ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਵੈਕਸੀਨ ਜਿਹੜੀ ਹੈ ਚੰਗੀ ਤਰੀਕੇ ਦੇ ਨਾਲ ਆਪਣਾ ਜਿਹੜਾ ਅਸਰ ਨਹੀਂ ਕਰ ਪਾਈ, ਜਿਹਦੇ ਕਰਕੇ ਬੰਦਾ ਦੁਬਾਰਾ ਪੋਜ਼ੀਟਿਵ ਜਿਹੜਾ ਆ ਹੋ ਗਿਆ ਆ ਵੈਕਸੀਨ ਲਵਾਉਣ ਤੋਂ ਬਾਅਦ ਵੀ। ਸੋ ਮੈਂ ਕਿਸੇ ਵੀ ਵੈਕਸੀਨ ਦੇ ਖਿਲਾਫ ਕੁਝ ਵੀ ਜਿਹੜਾ YouTube ਦੇ ਉਲਟ ਆਪਾਂ ਨਹੀਂ ਬੋਲਣਾ ਹੈਗਾ। ਸੋ ਇਸ ਕਰਕੇ ਤੁਸੀਂ ਆਪਣੇ ਆਪ ਸਮਝ ਸਕਦੇ ਹਾਂ ਵੀ ਆਪਾਂ ਕਿਸ ਗੱਲ ਦੇ ਬਾਰੇ ਕਿਹੜੀ ਗੱਲ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਤੇ ਇਸ ਤੋਂ ਬਾਅਦ ਵੀਰੋ ਗੱਲ ਕਰੀਏ ਮਾਰੀਓ ਦਰਾਗੀ ਦੀ, ਜਿਹੜੇ ਕਿ ਆਪਣੇ ਇੱਥੇ ਦੇ ਪ੍ਰਧਾਨ ਮੰਤਰੀ ਆ। ਤੇ ਇਹਨਾਂ ਵੱਲੋਂ ਮਾਰੀਓ ਦਰਾਗੀ ਵੱਲੋਂ ਜਿਹੜਾ ਜੀ ਇੱਕ ਵੱਡਾ ਬਿਆਨ ਦਿੱਤਾ ਗਿਆ ਆ। ਇਹ ਤੁਹਾਨੂੰ ਪਤਾ ਵੀ ਜਿਹੜਾ G7 ਗਰੁੱਪ ਦੀ ਮੀਟਿੰਗ ਜਿਹੜੀ ਹੈ ਚੱਲੀ ਹੈ ਤੇ ਕਾਫੀ ਲਗਾਤਾਰ ਜਿਹੜਾ ਕੰਮ ਹੈ ਕਈ ਬਿਆਨ ਜਿਹੜੇ ਉਹਨਾਂ ਦੇ ਆ ਰਹੇ ਆ ਤੇ ਉਹਦੇ ਵਿੱਚੋਂ ਪਤਾ ਲੱਗਾ ਆ ਵੀ ਜਿਹੜੀ ਮਾਰੀਓ ਦਰਾਗੀ ਨੇ ਜਿਹੜਾ ਆ ਇੱਕ ਨਵਾਂ ਜਿਹੜਾ ਫੈਸਲਾ ਲਿਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਡੈਲਟਾ ਵੇਰੀਐਂਟ ਜਿਹੜਾ ਆ UK ਦੇ ਵਿੱਚ ਇਸ ਵਕਤ ਜਿਹੜਾ ਕਾਫੀ ਜ਼ਿਆਦਾ ਹੱਦ ਤੱਕ ਜਿਹੜਾ ਫੈਲ ਚੁੱਕਾ ਆ। ਤੇ ਜੇ ਜਿਹੜੇ ਕੇਸ ਆ UK ਦੇ ਵਿੱਚ ਹੁਣ ਨਾ ਘਟੇ ਤੇ ਜਿਹੜਾ ਵੀ ਬੰਦਾ UK ਦੇ ਵਿੱਚ ਐਂਟਰ ਹੋਊਗਾ ਉਹਨੂੰ ਜਿਹੜਾ ਕੁਆਰੰਟਾਈਨ ਵਿੱਚ ਜਿਹੜਾ ਦੁਬਾਰਾ ਉਹਦੇ ਵਾਸਤੇ ਓਬਲੀਗਾਟੋਰੀ ਜਿਹੜਾ ਕਰ ਦਿੱਤਾ ਜਾਣਾ ਆ।
ਤੇ ਉਹਨੂੰ ਕੁਆਰੰਟਾਈਨ ਜਿਹੜੇ ਇਟਲੀ ਵਿੱਚ ਆ ਕੇ ਹੋਣਾ ਪੈਣਾ ਹੈ ਤੇ ਤੰਪੋਨੇ ਜਿਹੜਾ ਆ ਕਰਨਾ ਹੀ ਪੈਣਾ ਜਦੋਂ ਇਟਲੀ ਵਿੱਚ ਉਹਨੂੰ ਆਉਣਾ ਆ। ਤੇ ਬਾਕੀ ਜਿਹੜਾ ਕੁਆਰੰਟਾਈਨ ਜਿਹੜਾ ਉਹ ਜਿਹੜਾ ਪੱਕੇ ਤੌਰ ਤੇ ਹੋਣਾ ਹੀ ਪੈਣਾ ਆ। ਪਰ ਉਹਨਾਂ ਨੇ ਕਿਹਾ ਵੀ ਫਿਲਹਾਲ ਹਲੇ ਇਸ ਹੱਦ ਤੱਕ ਨੌਬਤ ਨਹੀਂ ਪਹੁੰਚੀ ਵੀ ਸਾਨੂੰ ਦੁਬਾਰਾ ਕੁਆਰੰਟਾਈਨ ਜਿਹੜੀ ਆ ਇੰਗਲੈਂਡ ਦੇ ਲੋਕਾਂ ਵਾਸਤੇ ਲਾਉਣੀ ਪਵੇ, ਪਰ ਉਹਨਾਂ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹ ਕੰਮ ਹੋ ਸਕਦਾ ਆ। ਤੇ ਵੀਰੋ ਆਉਣ ਵਾਲੇ ਕੁਝ ਦਿਨਾਂ ਤੱਕ ਜਿਹੜੇ ਬੋਰਿਸ ਜੌਨਸਨ ਨੇ ਜਿਹੜੇ ਕਿ ਯੂਕੇ ਦੇ ਜਿਹੜੇ ਆ ਉੱਥੇ ਦੇ ਪ੍ਰਧਾਨ ਮੰਤਰੀ ਆ, ਉਹਨਾਂ ਵੱਲੋਂ ਕੁਝ ਜਿਹੜੀ ਕਾਂਬੀਆ ਮਿਹਨਤ ਜਿਹੜੀ ਆ ਉਹ ਹੋ ਸਕਦੀ ਆ, ਕਿਉਂਕਿ ਯੂਕੇ ਦੇ ਵਿੱਚ ਜਿਹੜੇ ਹਾਲਾਤ ਲਗਾਤਾਰ ਖਰਾਬ ਹੋ ਰਹੇ ਆ ਤੇ ਜਿਹਦੇ ਕਰਕੇ ਜਿਹੜੀਆਂ ਉੱਥੇ ਦੀਆਂ ਰੀਅਪਰਚੂਰ ਦੀਆਂ ਚੀਜ਼ਾਂ ਹੋਣੀਆਂ ਸੀਗੀਆਂ ਖੁੱਲ੍ਹਣੀਆਂ ਸੀਗੀਆਂ ਉਹ ਜਿਹੜੀਆਂ ਲੇਟ ਹੋ ਸਕਦੀਆਂ ਹੁਣ ਐਕਸਪਰਟਸ ਦੇ ਹਿਸਾਬ ਦੇ ਨਾਲ। ਇਸ ਤੋਂ ਬਾਅਦ ਵੀਰੋ ਗੱਲ ਕਰੀਏ ਅਗਲੀ ਅਪਡੇਟ ਦੀ। ਅੱਜ ਇੱਕ ਘਟਨਾ ਵਾਪਰੀ ਇਟਲੀ ਦੇ ਵਿੱਚ, ਅੱਜ ਦੁਪਹਿਰੇ ਦੀ ਜਿਹੜੀ ਘਟਨਾ ਆ। ਤੇ ਜਿਹੜੀ ਘਟਨਾ ਆ ਜੀ ਜਿਹੜੇ ਕਸਕਾਤੇ ਹੁੰਦੇ ਆ ਯਾਨੀ ਕਿ ਜਿਹੜੇ ਵਾਟਰਫਾਲ ਹੁੰਦੇ ਆ, ਕਸਕਾਤੇ ਦੀ ਆਕਵਾ ਫਰਾਜ ਨਾਮ ਆ, ਕਮੂਨੇ ਦੀ ਪਿਊਰੋ ਦੇ ਵਿੱਚ ਇਹ ਪੈਂਦਾ ਆ, ਵਾਲਕੀਆ ਵੇਨਾ ਦੇ ਵਿੱਚ, ਜਿਹਦੇ ਵਿੱਚ ਅੱਜ ਇੱਕ 42 ਸਾਲ ਦੀ ਔਰਤ ਦੀ ਜਾਨ ਜਿਹੜੀ ਆ ਚਲੀ ਗਈ ਆ। ਕਿੱਦਾਂ ਗਈ ਹੈ ਜਾਨ? ਕੋਈ ਜਿਹੜੀ ਪਾਰਕ ਸੀਗੀ ਜਿਹਦੇ ਵਿੱਚ ਇਹ ਜਿਹੜੇ ਘੁੰਮਣ ਫਿਰਨ ਗਏ ਸੀਗੇ ਤੇ ਜਿਹਦੇ ਵਿੱਚ ਅੱਗੇ ਜਿਹੜੇ ਉਹਨਾਂ ਦੇ ਵਾਟਰਫਾਲ ਸੀਗਾ, ਵਾਟਰਫਾਲ ਦੇਖਦੇ ਦੇਖਦੇ ਜਿਹੜੇ ਸੀਗੇ ਉਹ ਜਿਹੜੇ ਆ ਸਲਿੱਪ ਕਰਕੇ ਥੱਲੇ ਜਿਹੜੇ ਡਿੱਗ ਪਏ, ਥੱਲੇ ਖੱਡ ਸੀਗੀ ਜਿਹਦੇ ਵਿੱਚ ਉਹ ਜਿਹੜੇ ਜਾ ਪਏ। ਤੇ ਨਾਲ ਉਹਨਾਂ ਦਾ ਜਿਹੜਾ ਕੰਪਾਨੀਓ ਸੀਗਾ ਤੇ 36 ਸਾਲ ਦੀ ਉਹ ਮੁੰਡੇ ਦੀ ਉਮਰ ਸੀਗੀ ਤੇ ਜਿਹੜਾ ਕਿ ਆਪਣੇ ਜਿਹੜੇ ਆ ਆਪਣੀ ਵਾਈਫ ਨੂੰ ਬਚਾਉਣ ਵਾਸਤੇ ਜਿਹੜਾ ਆ ਨਾਲ ਉਹਨੇ ਜਦੋਂ ਪਤਾ ਲੱਗਾ ਵੀ ਮੇਰੀ ਵਾਈਫ ਜਿਹੜੀ ਆ ਸਲਿੱਪ ਕਰ ਰਹੀ ਹੈ ਉੱਥੋਂ, ਜਿਹੜੇ ਕਿ ਜਿਹੜੀ ਉਹਦਾ ਬੈਲੈਂਸ ਜਿਹੜਾ ਖਰਾਬ ਹੋ ਗਿਆ ਖੜੇ ਹੋਏ ਦਾ, ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਆਪ ਵੀ ਸੀਗਾ ਬੰਦਾ ਵੀ ਸੀਗਾ ਜਿਹੜਾ ਉਹ ਵੀ ਥੱਲੇ ਡਿੱਗ ਪਿਆ, ਪਰ ਉਹਦੀ ਜਿਹੜੀ ਆ ਜਾਨ ਨਹੀਂ ਗਈ, ਉਹਦਾ ਬਚਾਅ ਹੋ ਗਿਆ ਬੰਦੇ ਦਾ। ਤੇ ਤਕਰੀਬਨ ਜਿਹੜੇ ਆ ਜੀ ਇਹ ਜਿਹੜੀ ਇੱਕ ਹਾਈਟ ਦੀ ਗੱਲ ਕਰੀਏ ਤਾਂ ਤਕਰੀਬਨ 20 ਮੀਟਰ ਦੀ ਜਿਹੜੀ ਹਾਈਟ ਹੋਣੀ ਆ ਜਿੱਥੋਂ ਜਿਹੜੇ ਆ ਸਲਿੱਪ ਕੀਤੇ ਆ। ਤੇ ਇਸ ਤੋਂ ਬਾਅਦ ਗੱਲ ਕਰੀਏ ਅਗਲੀ ਅਪਡੇਟ ਦੀ। ਅਗਲੀ ਅਪਡੇਟ ਆਪਣੀ ਇੱਕ ਸਕੂਲ ਨੂੰ ਲੈ ਕੇ ਆ, ਜਿਹਦੇ ਵਿੱਚ ਇੱਕ ਅਜੀਬ ਜਿਹੜੀ ਘਟਨਾ ਵਾਪਰੀ ਆ। ਉਹ ਇਹ ਹੈ ਵੀ ਇੱਕ ਜਿਹੜਾ ਬੱਚਾ ਸੀਗਾ 19 ਸਾਲ ਦੀ ਉਹਦੀ ਉਮਰ ਸੀਗੀ ਤੇ ਉਹਨੂੰ ਜਿਹੜਾ ਆ ਮਾਤੂਰਿਤ ਦਾ ਜਿਹੜਾ ਇਗਜ਼ਾਮ ਹੁੰਦਾ ਆ ਉਹਨੂੰ ਵੀ ਜਿਹੜਾ ਬੱਚੇ ਨੂੰ ਐਕਸੈਪਟ ਕਰ ਲਿਆ ਗਿਆ, ਯਾਨੀ ਕਿ ਬੱਚਾ ਜਿਹੜਾ ਸੀਗਾ ਕੋਈ ਦਾ ਸੁਪਰੀਓਰ ਕਰਕੇ ਉਹਨੂੰ ਪਾਸ ਕਰ ਦਿੱਤਾ ਗਿਆ ਤੇ ਉਹਨੂੰ ਐਗਜ਼ਾਮ ਦੇ ਵਿੱਚ ਬੈਠਣ ਦੀ ਜਿਹੜੀ ਆ ਪਰਮਿਸ਼ਨ ਦੇ ਦਿੱਤੀ ਗਈ, ਕਿਉਂਕਿ ਐਗਜ਼ਾਮ ਦੇ ਵਿੱਚ ਬੰਦਾ ਫਿਰ ਹੀ ਬੈਠ ਸਕਦਾ ਜੇਕਰ ਸਾਰੇ ਨੰਬਰ ਉਹਦੇ ਜਿਹੜੇ ਆ ਪੂਰੇ ਆ ਕਲਾਸ ਦੇ, ਫਿਰ ਉਹ ਐਂਟਰ ਕਰਦਾ ਆ। ਪਰ ਜਿਹੜੇ ਉਹਦੇ ਬੱਚੇ ਦੇ ਮਾਂ ਪਿਓ ਸੀਗੇ ਉਹਨਾਂ ਨੇ ਕਿਹਾ ਵੀ ਸਾਡਾ ਬੱਚੇ ਨੂੰ ਜਿਹੜਾ ਫੇਲ ਕਰ ਦਿੱਤਾ ਜਾਵੇ, ਇਸ ਸਾਲ ਇਹਨੂੰ ਜਿਹੜਾ ਐਗਜ਼ਾਮ ਜਿਹੜੇ ਮਾਤੂਰਿਤਾ ਦੇ ਨਾ ਪਵਾਉਣ ਦਿੱਤੇ ਜਾਣ, ਕਿਉਂਕਿ ਉਹਨੇ ਕਿਹਾ ਵੀ ਜਿਹੜੇ ਬੱਚੇ ਇਸ ਸਾਲ ਜਿਹੜੇ ਸਾਡੇ ਬੱਚੇ ਨੇ ਸਕੂਲ ਇਹ ਬੇਸ਼ੱਕ ਜਿਹੜਾ ਗਿਆ ਆ ਕੁਝ ਮਹੀਨੇ, ਪਰ ਇਹਨੇ ਸਿੱਖਿਆ ਕੁਝ ਨਹੀਂ ਹੈਗਾ, ਸੋ ਇਸ ਕਰਕੇ ਵਧੀਆ ਹੋਊਗਾ ਜੇ ਤੁਸੀਂ ਇਹਨੂੰ ਫੇਲ ਕਰ ਦੂੰਗੇ ਤਾਂ ਕਿ ਜਿਹੜਾ ਸਾਡਾ ਬੱਚਾ ਹੈ ਦੁਬਾਰਾ ਪੜ੍ਹ ਸਕੇ, ਪੂਰਾ ਸਾਲ ਆਪਣਾ ਜਿਹੜਾ ਦੁਬਾਰਾ ਲਗਾ ਸਕੇ। ਸੋ ਇਹ ਜਿਹੜਾ ਆ ਉਹਨਾਂ ਵੱਲੋਂ ਰਿਕੁਐਸਟ ਕੀਤੀ ਗਈ ਆ। ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਅਗਲੀ ਅਪਡੇਟ ਦੀ। ਅਗਲੀ ਅਪਡੇਟ ਆਪਣੀ ਇੱਕ ਰਿਕੁਐਸਟ ਆ, ਆਪਣੇ ਕਿਸੇ ਮੈਸੇਜ ਆਪਣਾ ਕਿਸੇ ਵੀਰ ਦਾ ਆਇਆ ਸੀਗਾ ਤੇ ਉਹਨਾਂ ਦਾ ਜਿਹੜਾ ਆ ਜੀ ਆਪਣਾ ਇੱਥੇ ਕੰਮ ਆ ਫਰਨੀਚਰ ਦਾ, ਉਹ ਕੰਮ ਕਰਦੇ ਆ ਤੇ ਇਹਨਾਂ ਨੂੰ ਇੱਕ ਜਿਹੜੇ ਲੈਬੋਰੇਟਰੀ ਯਾਨੀ ਕਿ ਇੱਕ ਬੰਦੇ ਦੀ ਲੋੜ ਆ ਜਿਹਨੂੰ ਫਰਨੀਚਰ ਦਾ ਜਿਹੜਾ ਕੰਮ ਹੈ ਚੰਗੀ ਤਰ੍ਹਾਂ ਕਰਨਾ ਆਉਂਦਾ ਹੋਵੇ, ਉਹਨਾਂ ਨੂੰ ਇਸ ਕਰਕੇ ਉਸ ਬੰਦੇ ਦੀ ਲੋੜ ਹੈ। ਇਹ ਤੁਹਾਨੂੰ ਮੈਂ ਦੱਸ ਦਿੰਦਾ ਇਹਨਾਂ ਦਾ ਐਡਰੈਸ ਕਿਹੜਾ ਆ। ਇਹਨਾਂ ਦਾ ਆਪਣਾ ਜਿਹੜਾ ਨਾਮ ਹੈ ਜੀ ਉਹ ਹੈਗਾ ਹਰਮਨ ਫਰਨੀਚਰ ਹਾਊਸ ਤੇ ਕਾਤਲ ਮਜੂਰੀ ਵਿੱਚ ਜਿਹੜਾ ਇਹਨਾਂ ਦਾ ਜਿਹੜਾ ਏਰੀਆ ਪੈਂਦਾ ਆ। ਤੇ ਇਹ ਜਿਹੜੇ ਆ ਆਪਣੇ ਬਾਕਸ ਬੈੱਡ ਵਗੈਰਾ ਸੋਫਾ ਵਗੈਰਾ ਜਿਹੜੇ ਆ ਆਪ ਤਿਆਰ ਜਿਹੜਾ ਕਰਦੇ ਆ ਸਾਰਾ ਫਰਨੀਚਰ ਦਾ ਕੰਮ। ਸੋ ਇਹਨਾਂ ਨੂੰ ਇੱਕ ਬੰਦੇ ਦੀ ਲੋੜ ਹੈ ਜੀ ਕੰਮ ਤੇ ਜੇ ਕੋਈ ਬੰਦਾ ਫਰਨੀਚਰ ਦਾ ਕੰਮ ਚੰਗੀ ਤਰ੍ਹਾਂ ਜਾਣਦਾ ਆ ਤੇ ਤੁਸੀਂ ਇਹਨਾਂ ਦੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਆ। ਤੇ ਜਿਹੜੇ ਆਪਣੇ ਵੀਰ ਨੇ ਸਾਨੂੰ ਕਮੈਂਟ ਕੀਤਾ, ਜੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਤੁਸੀਂ ਆਪਣਾ ਨੰਬਰ ਸਾਨੂੰ ਕਮੈਂਟਾਂ ਦੇ ਵਿੱਚ ਲਿਖ ਦਿਓ, ਤੁਹਾਡਾ ਕਮੈਂਟ ਅਸੀਂ ਪਿਨ ਕਰ ਦੇਵਾਂਗੇ ਤਾਂ ਕਿ ਜੇ ਕੋਈ ਆਪਣਾ ਬੰਦਾ ਦੇਖ ਰਿਹਾ ਜਿਹਨੂੰ ਕੰਮ ਆਉਂਦਾ ਹੋਵੇ ਉਹ ਤੁਹਾਡੇ ਨਾਲ ਸਿੱਧਾ ਜਿਹੜਾ ਕੰਟੈਕਟ ਕਰ ਸਕੇ। ਇਸ ਤੋਂ ਬਾਅਦ ਵੀਰੋ ਗੱਲ ਕਰਦੇ ਹਾਂ ਅਗਲੀ ਅਪਡੇਟ ਦੀ। ਇੱਕ ਹੋਰ ਘਟਨਾ ਵਾਪਰੀ ਆ ਜੀ ਅੱਜ ਆਪਣੇ ਰੋਮਾ ਦੇ ਵਿੱਚ। ਰੋਮਾ ਦੇ ਤਕਰੀਬਨ ਕਾਫੀ ਨੇੜੇ ਇਲਾਕਾ ਪੈਂਦਾ ਆ, ਅਰਦੇ ਆ, ਤੇ ਅੱਜ ਸਵੇਰੇ ਜਿਹੜੀ ਇਹ ਘਟਨਾ ਜਿਹੜੀ ਇੱਕ ਘਰ ਦੇ ਵਿੱਚ ਵਾਪਰੀ ਆ। ਇਹ ਜਿਹੜੀ ਘਟਨਾ ਵੀਰੋ ਵਾਪਰੀ ਹੈ ਵੀ ਇੱਕ 34 ਸਾਲ ਦਾ ਬੰਦਾ ਸੀਗਾ ਜਿਹਨੂੰ ਕਿ ਕਾਫੀ ਜਿਹੜੀਆਂ ਪ੍ਰੋਬਲਮ ਸੀਗੀਆਂ ਦਿਮਾਗੀ ਤੌਰ 'ਤੇ, ਜਿਹੜੀ ਹਾਲਾਤ ਉਹਦੇ ਠੀਕ ਨਹੀਂ ਸੀਗੇ ਤੇ ਜਿਹੜੇ ਫੋਰਸ ਦੇ ਲਾਹੌਰ ਦੀ ਯਾਨੀ ਕਿ ਪੁਲਿਸ ਦੇ ਵੱਲੋਂ ਉਸ ਬੰਦੇ ਨੂੰ ਜਿਹੜਾ ਕਾਫੀ ਜਿਹੜਾ ਖਤਰਨਾਕ ਜਿਹੜਾ ਬੰਦਾ ਜਿਹੜਾ ਘੋਸ਼ਿਤ ਕੀਤਾ ਗਿਆ ਸੀਗਾ ਪੂਰੇ ਡਾਕੂਮੈਂਟਸ ਦੇ ਵਿੱਚ ਵੀ ਉਹਦੇ ਜਿਹੜੇ ਆ ਹਾਲਾਤ ਜਿਹੜੇ ਠੀਕ ਨਹੀਂ ਹੈਗੇ। ਤੇ ਕੋਈ ਵੀ ਜਦੋਂ ਛੋਟੀ ਜਿਹੀ ਕੋਈ ਗੱਲ ਹੁੰਦੀ ਸੀਗੀ ਤੇ ਜਿਹੜਾ ਇਹ ਬੰਦਾ ਸੀਗਾ ਜਿਹਦਾ ਦਿਮਾਗ ਜਿਹੜਾ ਖਰਾਬ ਹੋ ਜਾਂਦਾ ਸੀਗਾ ਤੇ ਜਿਹੜਾ ਆ ਇੱਦਾਂ ਦੇ ਜਿਹੜੇ ਪੁੱਠੇ ਕੰਮ ਇਹ ਬੰਦਾ ਕਰਦਾ ਸੀਗਾ। ਤੇ ਅੱਜ ਸਵੇਰੇ ਸਭ ਤੋਂ ਪਹਿਲਾਂ ਤਾਂ ਇਸ ਬੰਦੇ ਨੇ ਜਿਹੜੀਆਂ ਹਵਾ ਦੇ ਵਿੱਚ ਜਿਹੜੀਆਂ ਪਿਸਤੌਲ ਫੜ ਕੇ ਬੰਦਾ ਗੋਲੀਆਂ ਚਲਾ ਰਿਹਾ ਸੀਗਾ ਤੇ ਇਹਨੇ ਕਿਸੇ ਦੇ ਵੱਲ ਕਿਸੇ ਹੋਰ ਜਿਹੜਾ ਬੰਦਾ ਸੀਗਾ ਕਿ ਉਹਦੇ ਵੱਲ ਇਹਨੇ ਗੋਲੀ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਪਰ ਖੁਸ਼ਕਿਸਮਤੀ ਦੇ ਨਾਲ ਉਸ ਬੰਦੇ ਦੀ ਗੋਲੀ ਲੱਗੀ ਨਹੀਂ, ਉਹ ਜਿਹੜਾ ਬੰਦਾ ਬਚ ਗਿਆ। ਤੇ ਬਾਕੀਆਂ ਨੂੰ ਲੱਗਾ ਵੀ ਜਿਹੜਾ ਫੇਕ ਨਕਲੀ ਪਿਸਤੌਲ ਆ ਇਹ ਉੱਦੀ ਬੰਦਾ ਜਿਹੜਾ ਆ, ਕਿਉਂਕਿ ਦਿਮਾਗ ਇਹਦਾ ਸਾਰਾ ਖਰਾਬ ਸੀਗਾ ਬੰਦੇ ਦਾ, ਉਹਨੂੰ ਲੱਗਾ ਵੀ ਉੱਦੀ ਨਕਲੀ ਪਿਸਤੌਲ ਆ ਇਹ ਤੇ ਉੱਦਾਂ ਹੀ ਜਿਹੜਾ ਬੰਦਾ ਇਹ ਗੋਲੀਆਂ ਜਿਹੜੀਆਂ ਨਕਲੀ ਚਲਾ ਰਿਹਾ ਆ। ਤੇ ਇਸ ਤੋਂ ਬਾਅਦ ਬਾਕੀ ਅੱਜ ਇੱਕ ਜਦੋਂ ਥੋੜ੍ਹਾ ਟਾਈਮ ਪਹਿਲਾਂ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਇੱਕ
ਜਿਹੜੇ ਇੱਕ ਸਿਆਣੇ ਬੰਦੇ ਉਮਰ ਸੀਗੀ ਉਹਨਾਂ ਦੀ ਤਕਰੀਬਨ 74 ਸਾਲ ਦੀ ਉਹਨਾਂ ਦੀ ਉਮਰ ਸੀਗੀ। ਸਾਲਵਾ ਤੋਰੇ ਰਣੀਏਰੀ ਨਾਮ ਸੀਗਾ ਉਹਨਾਂ ਦਾ, ਜਿਹੜਾ ਕਿ ਉਹਨਾਂ ਦੇ ਘਰ ਦੇ ਵਿੱਚ ਆ ਕੇ ਉਹਨਾਂ ਦੇ ਵਿਲੇ ਦੇ ਵਿੱਚ ਆ ਕੇ ਉਹਨਾਂ ਦੀ ਜਿਹੜੀਆਂ ਗੋਲੀਆਂ ਮਾਰੀਆਂ। ਇਸ ਤੋਂ ਇਲਾਵਾ ਜਦੋਂ ਗੋਲੀਆਂ ਚੱਲ ਰਹੀਆਂ ਸੀਗੀਆਂ ਤੇ ਦੋ ਜਿਹੜੇ ਬੱਚੇ ਸੀਗੇ ਛੋਟੇ, ਇੱਕ ਦੀ ਉਮਰ 10 ਸਾਲ ਦੀ ਸੀਗੀ ਤੇ ਇੱਕ ਦੀ ਜਿਹੜੀ ਉਮਰ ਜਿਹੜੀ ਆ ਤਕਰੀਬਨ 5 ਸਾਲ ਦੀ ਸੀਗੀ, ਜਿਹੜੇ ਕਿ ਸਾਈਕਲ 'ਤੇ ਆਪਣੇ ਜਾ ਰਹੇ ਸੀਗੇ ਤੇ ਉਹਨਾਂ ਬੱਚਿਆਂ ਦੇ ਜਿਹੜੀਆਂ ਗੋਲੀਆਂ ਮਾਰੀਆਂ, ਜਿਨ੍ਹਾਂ ਕਰਕੇ ਉਹਨਾਂ ਦੀ ਜਿਹੜੀ ਆ ਜਾਨ ਚਲੀ ਗਈ। ਤੇ ਇਸ ਤੋਂ ਬਾਅਦ ਬਾਕੀ ਜਿਨ੍ਹਾਂ ਦੋ ਜਿਹੜੇ ਮੁੰਡੇ ਮਰੇ ਆ, ਜਦੋਂ ਇਹਨਾਂ ਦੇ ਜਿਹੜੇ ਪਿਓ ਸੀਗੇ ਉਹ ਵੀ ਜਿਹੜੇ ਆਪਣੇ ਜਿਹੜੇ ਆ ਉਹਨਾਂ ਨੂੰ ਜਿਹੜਾ ਇੱਕ ਹਿਸਾਬ ਦੇ ਜਿਹੜੀ ਕੈਦ ਦੇ ਵਿੱਚ ਹੀ ਸੀਗੇ ਉਹ, ਕਿਉਂਕਿ ਕੁਝ ਸਮਾਂ ਪਹਿਲਾਂ ਤਕਰੀਬਨ ਜਿਹੜਾ ਨਸ਼ਾ ਵੇਚਦੇ ਜਿਹੜਾ ਫੜੇ ਗਏ, ਜਿਨ੍ਹਾਂ ਕਰਕੇ ਉਹਨੂੰ ਜਿਹੜਾ ਆ ਸਜ਼ਾ ਹੋਊਗੀ ਵੀ ਤੁਸੀਂ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਹੈਗੇ, ਵੀ ਡੋਮਿਸਿਲਿਆਰੀ ਵਿੱਚ ਰਹੋ, ਆਪਣੇ ਡੋਮਿਸਿਲ ਦੇ ਵਿੱਚ ਰਹੋ। ਤੇ ਉਹਨਾਂ ਵੱਲੋਂ ਜਿਹੜਾ ਕਾਫੀ ਕ੍ਰਿਟਿਸਾਈਜ਼ ਕੀਤਾ ਗਿਆ ਪੁਲਿਸ ਵੱਲੋਂ। ਉਹਨਾਂ ਨੇ ਕਿਹਾ ਵੀ ਮੈਨੂੰ ਸਿਰਫ ਕੁਝ ਨਸ਼ੇ ਦੇ ਕਾਰਨ ਜਿਹੜਾ ਇਹਨਾਂ ਨੇ ਸਜ਼ਾ ਦੇ ਦਿੱਤੀ, ਤੇ ਜਿਹੜਾ ਕਿਲਰ ਹੈ ਜਿਹੜਾ ਸੜਕਾਂ 'ਤੇ ਖੁੱਲ੍ਹਾ ਘੁੰਮ ਰਿਹਾ ਬਿਨਾਂ ਕਿਸੇ ਪ੍ਰੋਬਲਮ ਤੋਂ, ਬਿਨਾਂ ਕਿਸੇ ਕੰਟਰੋਲ ਤੋਂ। ਤੇ ਉਸ ਤੋਂ ਬਾਅਦ ਬਾਕੀ ਜਦੋਂ ਇਹ ਘਟਨਾ ਹੋਈ ਹੈ ਤੇ ਪੁਲਿਸ ਦੀਆਂ ਕਾਫੀ ਗੱਡੀਆਂ ਜਿਹੜੀਆਂ ਇੱਕਦਮ ਪਹੁੰਚ ਗਈਆਂ ਉੱਥੇ। ਕਾਰਨੇਰੀ ਵੱਲੋਂ ਜਿਹੜੀਆਂ ਸਾਰਾ ਇਲਾਕਾ ਜਿਹੜਾ ਸੀਗਾ ਉਹਨੂੰ ਘੇਰਾ ਪਾ ਲਿਆ ਤੇ ਬੇਸਿਕਲੀ ਜਿਹੜਾ ਬੰਦਾ ਸੀਗਾ ਜੀ ਉਹ ਜਿਹੜਾ ਇੱਕ ਅਪਾਰਟਮੈਂਟ ਦੇ ਅੰਦਰ ਵੜ ਗਿਆ, ਫਿਰ ਭੱਜ ਕੇ ਪੁਲਿਸ ਤੋਂ ਡਰਦਾ, ਤੇ ਅੰਦਰੋਂ ਉਹਨੇ ਜਿਹੜਾ ਆਪਣਾ ਗੇਟ ਲਾ ਲਿਆ। ਤੇ ਪਹਿਲਾਂ ਤਾਂ ਉਹਨੇ ਕਾਫੀ ਦੇ ਉੱਤੋਂ ਗੋਲੀਆਂ ਵਗੈਰਾ ਜਿਹੜਾ ਚਲਾਉਂਦਾ ਰਿਹਾ ਪੁਲਿਸ ਵੱਲੋਂ ਵੀ। ਤੇ ਜਦੋਂ ਫਿਰ ਪੁਲਿਸ ਜਿਹੜੀ ਹੈ ਜ਼ਿਆਦਾ ਆਈ ਹੈ, ਤਕਰੀਬਨ 3 ਘੰਟਿਆਂ ਬਾਅਦ ਫਿਰ ਜਿਹੜੀ ਪੁਲਿਸ ਆ ਉਹ ਜਿਹੜੀ ਜਦੋਂ ਅੰਦਰੋਂ ਕੋਈ ਕਾਰਵਾਈ ਨਹੀਂ ਹੋਈ, ਪੁਲਿਸ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਹੈ। ਤੇ ਉਹ ਅੰਦਰ ਜਾ ਕੇ ਜਦੋਂ ਦੇਖਿਆ ਤੇ ਜਿਹੜਾ ਬੰਦਾ ਸੀਗਾ ਜੀ ਅੰਦਰੋਂ ਮਰਿਆ ਲੱਭਿਆ, ਉਹਨੇ ਆਪਣੇ ਆਪ ਨੂੰ ਖੁਦ ਹੀ ਜਿਹੜੀ ਗੋਲੀ ਮਾਰ ਲਈ, ਜਿਹਨੇ 2 ਬੱਚੇ ਮਾਰੇ ਤੇ ਪਹਿਲਾਂ ਸਿਆਣੇ ਬੰਦੇ ਦੀ ਮਾਰੀ। ਉਸ ਤੋਂ ਬਾਅਦ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ। ਸੋ ਇਹ ਜਿਹੜੀ ਸਾਡੀ ਵੱਡੀ ਘਟਨਾ ਜਿਹੜੀ ਹੈ ਜੀ ਆਪਣੀ ਅੱਜ ਚੇਂਦਰੋ ਅਰਦੇਆ ਦੇ ਵਿੱਚ ਜਿਹੜੀ ਆ ਵਾਪਰੀ ਆ। ਇਸ ਤੋਂ ਇਲਾਵਾ ਬਾਕੀ ਆਪਣੇ ਕਿਸੇ ਵੀਰ ਦਾ ਕਮੈਂਟ ਆਇਆ ਸੀ ਪੈਨਸ਼ਨ ਬਾਰੇ, ਆਪਣੀ ਵੀਰ ਪੁੱਛ ਰਹੇ ਸੀ ਭਾਜੀ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਆ ਉਹਦਾ ਕੀ ਬਣਿਆ, ਵੀ ਉਹਦੇ ਕਿਹਨੇ ਰੂਲ ਜਿਹੜੇ ਚੇਂਜ ਹੋਣੇ ਆ, ਬਈ 62 ਸਾਲ 'ਤੇ ਕਿੰਨੀ ਪੈਨਸ਼ਨ ਮਿਲਣੀ ਹੈ ਜਾਂ 67 ਸਾਲ 'ਤੇ ਕਿੰਨੀ ਪੈਨਸ਼ਨ ਮਿਲਣੀ ਆ। ਸੋ ਇਹਦੇ ਬਾਰੇ ਵੀਰੋ ਹਲੇ ਕੋਈ ਪੱਕਾ ਜਿਹੜਾ ਪਿੱਛੋਂ ਸਰਕਾਰ ਵੱਲੋਂ ਕੁਝ ਨਹੀਂ ਆਇਆ ਹੈਗਾ ਵੀ ਕੀ ਇਹਦਾ ਬਣਨਾ ਆ, ਕਿਉਂਕਿ ਜੇ ਜਿਹੜੀ ਪੈਨਸ਼ਨ ਹੈ 62 ਸਾਲ 'ਤੇ ਤੁਸੀਂ ਲੈਂਦੇ ਆ ਤੇ ਇੱਕ ਆਈਡੀਆ ਦੇ ਹਿਸਾਬ ਨਾਲ ਤਾਂ ਦੱਸ ਦਵਾਂ ਵੀ ਤੁਹਾਨੂੰ ਜਿਹੜੀ ਪੈਨਸ਼ਨ ਹੈ ਉਹ 1150 ਯੂਰੋ ਤੱਕ ਤੁਹਾਡੀ ਬਣਦੀ ਹੈ। ਜੇਕਰ 67 ਸਾਲ 'ਤੇ ਲੈਣੇ ਫਿਰ ਤੁਹਾਨੂੰ 1300 ਯੂਰੋ ਤੱਕ ਪੈਨਸ਼ਨ ਜਿਹੜੀ ਨਿਕਲਦੀ ਹੈ, ਇੱਕ ਨਵਾਂ ਜਿਹੜਾ ਰੂਲ ਦੀ ਗੱਲ ਕਰੀਏ। ਤੇ ਬਾਕੀ ਜਿਹੜੇ ਆਪਣਾ ਅਗਲਾ ਸਾਲ ਜਿਹੜਾ 2022 ਆਉਣ ਵਾਸਤੇ ਤਕਰੀਬਨ 6 ਮਹੀਨੇ ਜਿਹੜੇ ਰਹਿ ਗਏ ਆ, ਤੇ ਅਗਲੇ ਸਾਲ ਤੋਂ ਜਿਹੜੇ ਰੂਲ ਜਿਹੜੇ ਇਹ ਕਹਿੰਦੇ, ਕਿਉਂਕਿ ਜਿਹੜਾ ਕੁਆਟਾ ਚੇਨ ਤੋਂ ਜਿਹੜਾ ਇੱਕ ਹੈਗਾ ਆ ਉਹ ਜਿਹੜਾ ਖਤਮ ਹੋ ਜਾਣਾ, ਜਿਸ ਤੋਂ ਬਾਅਦ ਫਿਰ ਕਈ ਐਸੇ ਜਿਹੜੇ ਲੈਬੋਰੇਟਰੀ ਆ ਜਿਨ੍ਹਾਂ ਦੀਆਂ ਪੈਨਸ਼ਨਾਂ ਜਿਹੜੀਆਂ ਆ ਉਹਨਾਂ ਦੀਆਂ ਲੇਟ ਹੋ ਸਕਦੀਆਂ, ਉਹ 5 ਸਾਲ ਜਿਹੜਾ ਹੋਰ ਲੇਟ ਜਿਹੜੀ ਆ ਹੋ ਸਕਦੇ ਆ। ਯਾਨੀ ਕਿ ਜੇ ਕਿਸੇ ਬੰਦੇ ਨੂੰ 60 ਸਾਲ ਵਿੱਚ ਪੈਨਸ਼ਨ ਲੱਗਦੀ ਹੈ ਤਾਂ ਹੋ ਸਕਦਾ ਉਹਨੂੰ ਪੈਨਸ਼ਨ ਜਿਹੜੀ ਹੁਣ 65 ਸਾਲ ਤੱਕ ਜਾ ਕੇ ਲੱਗੇ। ਸੋ ਇਹ ਜਿਹੜੀ ਪ੍ਰੋਬਲਮ ਜਿਹੜੀ ਆ ਪੈ ਸਕਦੀ ਆ। ਤੇ ਇਹਦੇ ਬਾਰੇ ਵੀਰੋ ਜਿਹੜੇ ਦੇਖ ਰਹੇ ਆ ਵੀ ਜਿਹੜੀ ਏਜ ਕਿੰਨੀ ਆਪਣੀ ਏਜ ਜਿਹੜੀ ਰੱਖਣੀ ਆ ਪੈਨਸ਼ਨ ਦੀ, ਜਿਹੜੇ ਇੱਥੇ ਜਿਹੜੇ ਮਿਨਿਸਟਰ ਆ ਉਹਨਾਂ ਵੱਲੋਂ ਵੀ ਜਿਹੜੇ ਆ ਸਾਰੀ ਜਿਹੜੀ ਹੈ ਹਲੇ ਗੱਲਬਾਤ ਚੱਲ ਰਹੀ ਹੈ, ਕਿਉਂਕਿ ਹਲੇ ਕਾਫੀ ਟਾਈਮ ਪਿਆ ਆ। ਤੇ ਇਸ ਤੋਂ ਬਾਅਦ ਫਿਰ ਤੁਹਾਨੂੰ ਆਪਾਂ ਦੱਸਾਂਗੇ ਵੀ ਇਹਦਾ ਜਿਹੜਾ ਫਾਈਨਲ ਕੀ ਨਿਕਲਦਾ ਰਿਜ਼ਲਟ। ਇਸ ਤੋਂ ਬਾਅਦ ਆਪਣੇ ਜਿਹੜੇ ਪੇਪਰਾਂ ਵਾਲੇ ਵੀਰ ਹੁੰਦੇ ਜਿਹੜੇ 9 ਮੰਥ ਵਾਲੇ ਪੇਪਰ ਦੀ ਵੇਟ ਕਰ ਰਹੇ ਆ, ਆਪਣੇ ਕਮੈਂਟ ਕਰਦੇ ਸੀਗੇ ਵੀਰ ਵੀ ਭਾਜੀ ਪੇਪਰ ਜਿਹੜੇ ਸਾਡੇ ਇਸ ਵਾਰ ਇਟਲੀ ਵਿੱਚ ਖੁੱਲ੍ਹਣਗੇ ਜਾਂ ਨਹੀਂ ਖੁੱਲ੍ਹਣਗੇ 2022 ਆਪਣੀ 2021 ਦੀ ਜੇਕਰ ਗੱਲ ਕਰੀਏ। ਤੇ ਬਾਕੀ ਵੀਰੋ ਪੇਪਰਾਂ ਦੀ ਜੇਕਰ ਗੱਲ ਕਰੀਏ 9 ਮਹੀਨਿਆਂ ਵਾਲੇ ਜਿਹੜੇ ਪੇਪਰ ਹੁੰਦੇ ਆ, ਸੀਜ਼ਨਲ ਪੇਪਰ ਤੁਸੀਂ ਗੱਲ ਕਰ ਰਹੇ ਆ, ਤੇ ਉਹ ਜਿਹੜੇ ਪੇਪਰ ਹੁੰਦੇ ਆ ਵੀਰੋ ਜਿਹੜੇ ਵੈਸੇ ਤਾਂ ਹਰ ਸਾਲ ਇਟਲੀ ਵਿੱਚ ਜਿਹੜੇ ਖੋਲ੍ਹ ਦਿੱਤੇ ਜਾਂਦੇ ਆ ਪੇਪਰ, ਕਿਉਂਕਿ 2019 'ਚ ਵੀ ਖੁੱਲ੍ਹੇ ਸੀ, 20 'ਚ ਵੀ ਖੋਲ੍ਹ ਦਿੱਤੇ ਸੀਗੇ ਤੇ 2018 ਤੱਕ ਜਿਹੜੇ ਪਹਿਲਾਂ ਵੀ ਖੁੱਲ੍ਹਦੇ ਰਹੇ ਆ ਉਹ। ਤੇ ਪ੍ਰੋਬਲਮ ਜਿਹੜੀ ਇਸ ਵਾਰੀ ਇਹ ਆ ਵੀ ਬਾਕੀ ਹਲੇ ਤੱਕ ਜਿਹੜੇ ਪੇਪਰ ਜਿੱਦਾਂ ਕਿ ਜੂਨ ਜਿਹੜਾ ਆ ਗਿਆ ਆ, ਤੇ ਪੇਪਰਾਂ ਦੀ ਹਲੇ ਤੱਕ ਕੋਈ ਵੀ ਜਿਹੜੀ ਗੱਲਬਾਤ ਜਿਹੜੀ ਨਹੀਂ ਚੱਲ ਰਹੀ, ਪੇਪਰ ਕਦੋਂ ਖੁੱਲ੍ਹਣੇ, FOC ਕਦੋਂ ਓਪਨ ਹੋਣੀ ਆ, ਇਹਦੇ ਬਾਰੇ ਕੋਈ ਇਨਫੋਰਮੇਸ਼ਨ ਜਿਹੜੀ ਸਰਕਾਰ ਵੱਲੋਂ ਪੱਕੇ ਸਪਸ਼ਟ ਤੌਰ 'ਤੇ ਜਿਹੜੀ ਨਹੀਂ ਆ ਰਹੀ। ਕਿਉਂਕਿ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਜਿਹੜੀਆਂ ਇਹਨਾਂ ਦਿਨਾਂ ਵਿੱਚ ਤਾਂ ਪੇਪਰ ਜਿਹੜੇ ਲੋਕਾਂ ਦੇ ਨਿਕਲ ਗਏ ਸੀਗੇ, ਪੇਪਰ ਲੋਕੀ ਭਰ ਕੇ ਇੱਥੇ ਆ ਗਏ ਸੀ ਇਟਲੀ ਦੇ ਵਿੱਚ। ਤੇ ਇਸ ਵਾਰ ਜਿਹੜਾ ਕੰਮ ਜਿਹੜਾ ਹਲੇ ਕੋਈ ਵੀ ਜਿਹੜੀ ਆ ਪਤਾ ਨਹੀਂ ਲੱਗ ਰਿਹਾ ਵੀ ਕਦੋਂ ਤੱਕ ਪੇਪਰ ਸਰਕਾਰ ਖੋਲ੍ਹ ਸਕਦੀ ਹੈ। ਪੇਪਰ ਨਵੇਂ ਪੇਪਰ ਖੋਲ੍ਹਣ ਦੇ ਨਾਲੋਂ ਚੰਗਾ ਇਹ ਹੈ ਵੀ ਜਿਹੜੇ ਲੋਕਾਂ ਨੇ ਪੁਰਾਣੇ ਪੇਪਰ ਆਪਣੇ ਅਪਲਾਈ ਕੀਤੇ ਆ ਉਹਨਾਂ ਲੋਕਾਂ ਇੱਥੇ ਸੱਦ ਲਿਆ ਜਾਵੇ। ਪਹਿਲਾਂ ਜਿਹੜੇ 2019 ਵਾਲੇ ਜਾਂ ਜਿਹੜੇ 2020 ਵਾਲੇ ਪੇਪਰ ਲੋਕਾਂ ਨੇ ਭਰੇ ਆ ਉਹ ਵੀਰ ਜਿਹੜੇ ਆਪਣੇ ਪਹਿਲਾਂ ਇੱਥੇ ਸੱਦ ਜਾਣ, ਉਹ ਆ ਜਾਣ। ਉਸ ਤੋਂ ਬਾਅਦ ਜੇਕਰ ਲੋੜ ਨਹੀਂ ਪੂਰੀ ਹੁੰਦੀ ਫਿਰ ਜਿਹੜੇ ਸਰਕਾਰ ਨਵੇਂ ਪੇਪਰ ਜਿਹੜੇ ਖੋਲ੍ਹਣੇ ਚਾਹੀਦੇ ਆ। ਸੋ ਬਾਕੀ ਵੇਟ ਕਰ ਰਹੇ ਹਾਂ ਅਸੀਂ ਆਪ ਵੀ ਤੁਹਾਡੇ ਵਾਸਤੇ ਕੋਈ ਖੁਸ਼ਖਬਰੀ ਲੈ ਕੇ ਆਈਏ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਨਵੀਂ ਅਪਡੇਟ ਆਉਂਦੀ ਜਾਂ ਨਹੀਂ ਆਉਂਦੀ ਇਹਦੇ ਬਾਰੇ। ਸੋ ਵੀਰੋ ਇਹ ਸੀਗੀਆਂ ਆਪਣੀਆਂ ਅੱਜ ਦੀਆਂ ਕੁਝ ਨਵੀਆਂ ਅਪਡੇਟਸ। ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਣੀ। ਆਪਣੀ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਦਿਆ ਕਰੋ, ਤੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਵੀਡੀਓ ਦੇਖੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਮਿਲਦੇ ਹਾਂ ਜੀ ਆਪਾਂ ਹੁਣ ਕੱਲ੍ਹ ਦੀਆਂ ਖਬਰਾਂ ਵਿੱਚ। ਸੋ ਤਦ ਤੱਕ ਲਈ ਆਪਣੇ ਪਰਿਵਾਰ ਦਾ ਖਿਆਲ ਰੱਖਿਓ। ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ।